ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕੋ। ਤੂੰ ਠਾਕੁਰ ਊਚ ਪਦਵਨਾ। ਵਾਹਿਗੁਰੂ ਸਾਹਿਬ ਜੀਓ ਵਾਰ ਬਾਰਵੀਂ ਪੌੜੀ ਚੌਥੀ। ਵਾਰਾਂ ਭਾਈ ਗੁਰਦਾਸ ਜੀ ਕੀਆਂ। ਹਉ ਤਿਸ ਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨ ਜਾਵੈ। ਹਉ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨ ਲਾਵੈ। ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੈ। ਹਉ ਤਿਸ ਕੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੈ। ਹਉ ਤਿਸ ਕੋਲ ਕਮਾਇਆ ਥੋੜਾ ਸਵੈ ਥੋੜਾ ਹੀ ਖਾਵੈ। ਗੁਰਮੁਖ ਸੋਈ ਸਹਿਜ ਸੁਨਾਵੈ। ਗੁਰਮੁਖ ਸੋਈ ਸਹਿਜ ਸੁਨਾਵੈ। ਪਰਮ ਸਨਮਾਨਯੋਗ ਜੁਗੋ ਜੁਗ ਅਕਾਲ ਜਬਰ ਸ਼ਬਦ ਤਖਤ ਦੇ ਮਾਲਕ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸੰਤ ਸੰਗੀ ਜਨੋ। ਵਡਭਾਗੇ ਹੋ ਸ਼ਾਮਾਂ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਕਰਦਿਆਂ ਹੋਇਆਂ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਭਾਈ ਸਾਹਿਬ ਗੁਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪਾਵਨ ਪਵਿੱਤਰ ਵਾਰਾਂ ਦੀ ਲੜੀਵਾਰ ਕਥਾ ਵਿੱਚੋਂ 12ਵੀਂ ਵਾਰ ਦੀ ਚੌਥੀ ਪੌੜੀ ਦੇ ਪਾਠ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੁਲਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ਿਸ਼ ਅਤੇ ਪ੍ਰਬੰਧ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਇਸ ਪੌੜੀ ਦੇ ਅੰਦਰ ਉਸ ਗੁਰਸਿੱਖ ਤੋਂ ਸਦਕੇ ਜਾ ਰਹੇ ਨੇ ਜਿਨੇ ਨਿਮਰਤਾ ਵਰਗੇ ਗੁਣ ਨੂੰ ਗਰੀਬੀ ਵਰਗੇ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲਿਆ ਹੈ। ਉਸ ਤੋਂ ਸਦਕੇ ਜਾ ਰਹੇ ਨੇ ਜਿਹੜਾ ਪਰਾਏ ਧਨ ਨੂੰ ਹੱਥ ਨਹੀਂ ਲਾਉਂਦਾ, ਜਿਹਦੇ ਅੰਦਰ ਲੋਭ ਨਹੀਂ, ਤ੍ਰਿਸ਼ਨਾ ਨਹੀਂ, ਕੋਈ ਲਾਲਚ ਨਹੀਂ। ਭਾਈ ਸਾਹਿਬ ਜੀ ਉਸ ਤੋਂ ਸਦਕੇ ਜਾ ਰਹੇ ਨੇ ਜਿਹੜਾ ਪਰਾਈ ਇਸਤਰੀ ਨੂੰ ਮੈਲੀ ਨਿਗਾਹ ਦੇ ਨਾਲ ਨਹੀਂ ਤੱਕਦਾ। ਭਾਈ ਸਾਹਿਬ ਜੀ ਉਸ ਗੁਰਸਿੱਖ ਤੋਂ ਸਦਕੇ ਜਾ ਰਹੇ ਨੇ ਜਿਹੜਾ ਪਰਾਈ ਨਿੰਦਿਆ ਆਪਣੇ ਇਹਨਾਂ ਕੰਨਾਂ ਦੇ ਨਾਲ ਨਹੀਂ ਸੁਣਦਾ। ਭਾਈ ਸਾਹਿਬ ਜੀ ਉਸ ਤੋਂ ਸਦਕੇ ਜਾ ਰਹੇ ਨੇ ਜਿਹੜਾ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਤੇ ਆਸਰਾ ਮੰਨ ਕਰਕੇ ਦਿਨ ਰਾਤ ਉਸ ਉਪਦੇਸ਼ ਨੂੰ ਸੁਣਾਉਂਦਾ ਹੈ। ਜਿਸ ਸਿੱਖ ਵਿੱਚ ਇਹ ਕੁਆਲਿਟੀ ਹੋਵੇ, ਜਿਸ ਸਿੱਖ ਕੋਲ ਇਹੋ ਜਿਹਾ ਜੀਵਨ ਹੋਵੇ, ਭਾਈ ਸਾਹਿਬ ਜੀ ਅਖੀਰਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਗੁਰਮੁਖ ਸੋਈ ਸਹਿਜ ਸਮਾਵੈ। ਵੀ ਐਸਾ ਗੁਰਮੁਖ ਸਹਿਜ ਪਦ ਵਿਖੇ ਸਮਾ ਜਾਂਦਾ ਹੈ
ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਉਹਦੇ ਕੋਲ ਸੁੱਖ ਹੁੰਦਾ ਹੈ, ਉਹਦੇ ਕੋਲ ਆਨੰਦ ਹੁੰਦਾ ਹੈ, ਉਹਦੇ ਕੋਲ ਜੀਵਨ ਦੀ ਅਡੋਲਤਾ ਹੁੰਦੀ ਹੈ। ਸੋ ਆਓ ਇੱਕ ਇੱਕ ਬਚਨ ਨੂੰ ਆਪਾਂ ਗੁਰਬਾਣੀ ਦਾ ਉਹ ਆਸਰਾ ਲੈ ਕਰਕੇ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਪਰੰਪਰਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਪਹਿਲੀਆਂ ਪੰਕਤੀਆਂ ਵਿੱਚ ਜ਼ਿਕਰ ਕਰ ਰਹੇ ਨੇ, ਹੋਂ ਇਸ ਭੂਲ ਘੁੰਮਾਇਆ ਗੁਰਮਤਿ ਹਿਰਦੇ ਗਰੀਬੀ ਆਇਆ। ਮੈਂ ਉਸ ਤੋਂ ਵਾਰਨੇ ਜਾਂਦਾ ਹਾਂ ਜੋ ਗੁਰੂ ਦੀ ਮੱਤ ਲੈ ਕੇ ਹਿਰਦੇ ਵਿੱਚ ਗਰੀਬੀ ਧਾਰਨ ਕਰਦਾ ਹੈ। ਗਰੀਬੀ ਦਾ ਭਾਵ ਕੀ ਹੈ? ਗਰੀਬੀ ਦਾ ਭਾਵ ਹੈ ਨਿਮਰਤਾ। ਕਿਉਂਕਿ ਹੰਕਾਰ ਮਨੁੱਖ ਨੂੰ ਪਰਮਾਤਮਾ ਦੇ ਨਾਲੋਂ ਦੂਰ ਕਰਦਾ ਹੈ। ਜਦੋਂ ਤੱਕ ਮਨੁੱਖ ਦੇ ਅੰਦਰ ਹੰਕਾਰ ਹੈ, ਮਨੁੱਖ ਦਾ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਅਸੰਭਵ ਹੈ। ਗੁਰੂ ਪਾਤਸ਼ਾਹ ਜੀ ਦੇ ਪਾਵਨ ਬੋਲ ਨੇ, ਗੁਰੂ ਮਹਾਰਾਜ ਜੀ ਕਹਿੰਦੇ ਨੇ, ਜਦੋਂ ਤੱਕ ਮਨੁੱਖ ਮੇਰੀ ਮੇਰੀ ਮੈਂ ਆਪਣੇ ਜੀਵਨ ਵਿੱਚ ਕਰਦਾ ਹੈ, ਉਦੋਂ ਤੱਕ ਪ੍ਰਭੂ ਨੂੰ ਮਿਲਣ ਦਾ ਕਾਰਜ ਰਾਸ ਨਹੀਂ ਇਹਦਾ ਸਿਰੇ ਚੜ੍ਹਦਾ। ਜਦ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸ਼ਰੈ। ਇੱਥੋਂ ਤੱਕ ਕਿ ਕਈ ਵਾਰੀ ਜਿਸ ਮਨੁੱਖ ਦੇ ਅੰਦਰ ਹਉਮੈ ਦਾ ਬੋਧ ਵਾਦਾ ਹੈ, ਮਨੁੱਖ ਦੇ ਬੋਲਾਂ ਵਿੱਚ ਹੰਕਾਰ ਹੈ, ਉਸ ਹੰਕਾਰ ਭਰੇ ਬੋਲਾਂ ਕਰਕੇ ਮਨੁੱਖ ਦੇ ਸਮਾਜਿਕ ਕੰਮ ਵੀ ਵਿਗੜ ਜਾਂਦੇ ਨੇ। ਕਿਉਂਕਿ ਇਹਦੇ ਵਿੱਚ ਗੁਰੂ ਜੀ ਕਹਿ ਰਹੇ ਨੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੇ ਕਾਰ ਵਿਹਾਰ ਤੇ ਉਸ ਪਰਮਾਤਮਾ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਰੱਬੀ ਮਿਲਾਪ ਦਾ ਜੋ ਕਾਰਜ ਹੈ, ਇਹ ਦੋਵੇਂ ਵਿਗੜ ਜਾਂਦੇ ਨੇ। ਹੁਣ ਚੰਦੂ ਦੇ ਨਾਲ ਕਿਉਂ ਵਿਗੜਿਆ ਰਿਸ਼ਤਾ ਗੁਰੂ ਪਾਤਸ਼ਾਹ ਜੀ ਦਾ? ਚੰਦੂ ਦੀ ਧੀ ਦਾ ਰਿਸ਼ਤਾ ਕਿਉਂ ਨਹੀਂ ਨੇਪਰੇ ਚੜਿਆ? ਕਿਉਂਕਿ ਹੰਕਾਰ ਭਰੇ ਬੋਲ ਸਨ। ਵੀ ਜਦੋਂ ਪੰਡਤ ਜੀ ਉਹ ਰਿਸ਼ਤਾ ਤੈਅ ਕਰਨ ਵਾਲਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਪਸੰਦ ਕਰਕੇ ਚਲਿਆ ਗਿਆ ਤੇ ਜਾ ਕੇ ਦੱਸਿਆ ਕਿ ਤੇਰੀ ਧੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਤੈਅ ਕਰਕੇ ਆ ਗਿਆ ਵਾ। ਇੱਕੋ ਦਮ ਚੰਦੂ ਬੋਲਿਆ, ਇਹ ਕੀ ਤੂੰ ਕੀਤਾ? ਤੂੰ ਚਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਿਆ। ਉਹ ਤੇ ਖੁਦ ਸੰਗਤਾਂ ਦੇ ਆਸਰੇ ਤੇ ਪੜਦੇ ਨੇ ਲੋਕ, ਉਹਨਾਂ ਦੇ ਚਰਨਾਂ ਵਿੱਚ ਭੇਟਾਵਾਂ ਰੱਖਦੇ ਨੇ, ਪਦਾਰਥ ਰੱਖਦੇ ਨੇ ਜਿਨ੍ਹਾਂ ਤੋਂ ਉਹਨਾਂ ਦਾ ਘਰ ਚੱਲ ਰਿਹਾ ਹੈ। ਮੈਂ ਏਡਾ ਵੱਡਾ ਉੱਚੇ ਅਹੁਦੇ ਤੇ ਬੈਠਾ ਹੋਇਆ ਦੀਵਾਨ, ਰਾਜਨੀਤਿਕ ਅਹੁਦਿਆਂ ਦਾ ਮਾਲਕ, ਅਮੀਰ ਘਰਾਣੇ ਦੇ ਵਿੱਚੋਂ ਆਉਣਾ ਹਾਂ, ਅਮੀਰ ਲੋਕਾਂ ਦੇ ਵਿੱਚ ਮੇਰਾ ਉੱਠਣਾ ਬੈਠਣਾ, ਤੂੰ ਫਕੀਰਾਂ ਦੇ ਘਰ ਵਿੱਚ ਮੇਰੀ ਕੁੜੀ ਮੰਗਾਇਆ, ਤੂੰ ਚਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਿਆ। ਉਹਨੇ ਗੁਰੂ ਘਰ ਨੂੰ ਮੋਰੀ ਆਖਿਆ ਤੇ ਆਪਣੇ ਮਹਿਲਾਂ ਨੂੰ, ਆਪਣੇ ਘਰ ਨੂੰ ਹੰਕਾਰ ਵਸ ਹੋ ਕੇ ਚਬਾਰਾ ਆਖਿਆ। ਤੇ ਇਹ ਵਿਗੜੇ ਹੋਏ ਬੋਲ, ਇਹ ਹੰਕਾਰ ਭਰੇ ਬੋਲ ਸੰਗਤ ਨੂੰ ਪਸੰਦ ਨਾ ਆਏ। ਸੰਗਤ ਨੇ ਕਹਿ ਦਿੱਤਾ ਕਿ ਸੱਚੇ ਪਾਤਸ਼ਾਹ ਜੀ, ਐਸੇ ਹੰਕਾਰੀ ਇਨਸਾਨ ਦੀ ਬੱਚੀ ਧੀ ਦਾ ਡੋਲਾ ਅਸੀਂ ਨਹੀਂ ਲੈ ਕੇ ਆਉਣੀ। ਤੇ ਗੁਰੂ ਜੀ ਨੇ ਮਨਾ ਕਰ ਦਿੱਤਾ ਸੀ। ਸੋ ਗੁਰੂ ਜੀ ਕਹਿੰਦੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਭਾਵੇਂ ਇਸ ਸੰਸਾਰ ਦੇ ਵਿੱਚ ਰਹਿੰਦੇ ਆ, ਸੰਸਾਰਿਕ ਕਾਰ ਵਿਹਾਰ ਨੇ, ਉਹਨਾਂ ਦੇ ਉੱਤੇ ਵੀ ਮਨੁੱਖ ਦੇ ਹੰਕਾਰ ਭਰੇ ਬੋਲਾਂ ਦਾ ਅਸਰ ਪੈਂਦਾ ਤੇ ਨਿਰੰਕਾਰ ਦਾ ਮਿਲਣ ਦਾ ਜਿਹੜਾ ਕਾਰਜ ਹੈ,
ਉਹਦੇ ਵਿੱਚ ਵੀ ਮਨੁੱਖ ਨੂੰ ਰੁਕਾਵਟ ਖੜੀ ਕਰਦਾ ਹੈ ਤੇ ਹੰਕਾਰ ਉਹਦੇ ਹੰਕਾਰ ਭਰੇ ਹੋਏ। ਕੋਈ ਕਾਰਜ ਮਨੁੱਖ ਦਾ ਨਾ ਇਸ ਸੰਸਾਰ ਦਾ ਸਫਲ ਹੋ ਸਕਦਾ ਹੈ, ਨਾ ਨਿਰੰਕਾਰ ਦੇ ਘਰ ਨਾਲ ਸਾਂਝ ਪਾਉਣ ਵਾਲਾ ਕਾਰਜ ਇਹਦਾ ਸਫਲ ਹੋ ਸਕਦਾ ਹੈ, ਕਿਉਂਕਿ ਅੰਦਰ ਹੰਕਾਰ ਹੈ। ਭਗਤ ਰਵਿਦਾਸ ਜੀ ਦਾ ਪਾਵਨ ਬੋਧ ਆਪਾਂ ਪੜ੍ਹਦੇ ਹਾਂ। ਭਗਤ ਰਵਿਦਾਸ ਜੀ ਕਹਿੰਦੇ ਨੇ, ਵਾਹਿਗੁਰੂ ਜੀ ਜਬ ਹਮ ਹੋਤੇ ਤਬ ਤੂੰ ਨਾਹੀ। ਜਦੋਂ ਮੇਰੇ ਅੰਦਰ ਮੈਂ ਮੇਰੀ ਦਾ ਬੋਲਬਾਲਾ ਸੀ, ਮੇਰੇ ਅੰਦਰ ਨਿਮਰਤਾ ਨਹੀਂ ਸੀ, ਮੇਰੇ ਅੰਦਰ ਹਉਮੈ ਹੰਕਾਰ ਸੀ, ਉਦੋਂ ਤੁਸੀਂ ਨਹੀਂ ਸੀ ਮੇਰੇ ਅੰਦਰ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਹੁਣ ਕਿਰਪਾ ਹੋਈ, ਹੁਣ ਤੂੰ ਹੀ ਮੇਰੇ ਅੰਦਰ ਵਸਦਾ ਪਿਆ ਹੈ, ਮੇਰੇ ਅੰਦਰੋਂ ਹਉਮੈ ਹੰਕਾਰ ਮਿਟ ਚੁੱਕਿਆ ਹੈ, ਖਤਮ ਹੋ ਚੁੱਕਿਆ ਹੈ। ਬਾਬਾ ਕਬੀਰ ਸਾਹਿਬ ਜੀ ਬੜੀ ਸੋਹਣੀ ਬਚਨ ਉਚਾਰਨ ਕਰਦੇ ਹੋਏ ਆਖਦੇ ਨੇ, ਕਬੀਰ ਤੂੰ ਤੂੰ ਕਰਦਾ ਤੂੰ ਤੂੰ ਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਆਪਾ ਭਾਵ ਜਦੋਂ ਅੰਦਰੋਂ ਖਤਮ ਹੋ ਗਿਆ। ਇੰਨਾ ਤੈਨੂੰ ਸਿਮਰਿਆ ਵਾ, ਤੂੰ ਤੂੰ ਕਰਦੇ ਹੋ, ਤੂੰ ਅੰਦਰ ਬੈਠ ਗਿਆ। ਮੈਨੂੰ ਹੁਣ ਹੰਕਾਰ ਤੋਂ ਮੁਕਤੀ ਮਿਲ ਚੁੱਕੀ ਹੈ ਤੇ ਤੇਰਾ ਅੰਦਰ ਵਾਸਾ ਪਾ ਕੇ ਹੋ ਗਿਆ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿੰਨਾ ਚਿਰ ਮਨੁੱਖ ਦੇ ਅੰਦਰ ਹੰਕਾਰ ਹੈ, ਗਰੀਬੀ ਨਹੀਂ, ਨਿਮਰਤਾ ਨਹੀਂ, ਮਨੁੱਖ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ, ਉਹਦਾ ਕੋਈ ਕਾਰਜ ਰਾਸ ਹੋ ਹੀ ਨਹੀਂ ਸਕਦਾ। ਕਹਿੰਦੇ ਨੇ, ਜਬ ਤੱਕ ਮੇਰੀ ਮੇਰੀ ਕਰੈ ਤਬ ਤੱਕ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਿਆ। ਉਦੋਂ ਉਹਦਾ ਕਾਰਜ ਵੀ ਰਾਸ ਹੁੰਦਾ ਹੈ। ਪ੍ਰਭੂ ਉਹਦੇ ਬੋਲਾਂ ਵਿੱਚ ਨਿਮਰਤਾ ਹੁੰਦੀ ਹੈ, ਅੰਦਰ ਹੁੰਦਾ ਹੈ, ਪ੍ਰਭੂ ਨੂੰ ਮਿਲਣ ਦਾ ਕਾਰਜ ਰਾਸ ਹੁੰਦਾ ਹੈ। ਸੋ ਇੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਮੈਂ ਸਦਕੇ ਜਾਣਾ ਨਾ ਜਿਹਦੇ ਅੰਦਰ ਗਰੀਬੀ ਆ ਗਈ ਹੈ। ਗਰੀਬੀ ਦੀ ਦਾਤ ਸਿੱਖ ਦੇ ਅੰਦਰ, ਇਨਸਾਨ ਦੇ ਅੰਦਰ ਹੋਣੀ ਬੜੀ ਜ਼ਰੂਰੀ ਹੈ। ਹੁਣ ਗੁਰਮੁਖੋ, ਗਰੀਬੀ ਕਿਹਨੂੰ ਕਹਿੰਦੇ ਨੇ? ਜਦੋਂ ਸੰਸਾਰਿਕ ਅੱਖ ਨਾਲ ਆਪਾਂ ਵੇਖੀਏ, ਸੰਸਾਰ ਦੇ ਲੋਕ ਉਸ ਮਨੁੱਖ ਨੂੰ ਗਰੀਬ ਸਮਝਦੇ ਆ ਜਿਹਦੇ ਕੋਲ ਧਨ ਨਹੀਂ, ਦੌਲਤ ਨਹੀਂ, ਪਦਾਰਥ ਨਹੀਂ, ਝੁੱਗੀ ਵਿੱਚ ਰਹਿੰਦਾ ਹੈ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਗਰੀਬ ਹੈ। ਪਰ ਗੁਰਮਤਿ ਦੀਆਂ ਨਜ਼ਰਾਂ ਵਿੱਚ ਗਰੀਬ ਵੱਖਰਾ ਜਿਹਾ ਹੈ। ਗੁਰਮਤਿ ਦੀਆਂ ਨਜ਼ਰਾਂ ਵਿੱਚ ਗਰੀਬ ਉਹ ਹੈ ਜਿਹਦੇ ਕੋਲ ਧਨ ਵੀ ਹੈ, ਜਿਹਦੇ ਕੋਲ ਗੁਣਾਂ ਦਾ ਖਜ਼ਾਨਾ ਵੀ ਹੈ, ਜਿਹਦੇ ਕੋਲ ਰਾਜ ਸੀ, ਸੱਤਾ ਦਾ ਇਹ ਤਾਕਤ ਵੀ ਹੈ, ਜੋ ਇਹ ਗੁਣ ਉਹਨੂੰ ਸੰਸਾਰ ਦੇ ਵਿੱਚ ਮਾਣ ਦਿਵਾ ਸਕਦੇ ਹੋਣ, ਮਾਣ ਵਡਿਆਈ ਮਿਲ ਵੀ ਰਹੀ ਹੋਵੇ, ਪਰ ਇਹਨਾਂ ਗੁਣਾਂ ਦੇ ਹੋਣ ਦੇ ਬਾਵਜੂਦ ਵੀ, ਮਾਣ ਵਡਿਆਈ ਆਦਰ ਸਤਿਕਾਰ ਮਿਲਣ ਦੇ ਬਾਵਜੂਦ ਵੀ ਉਹਦੇ ਅੰਦਰ ਹੰਕਾਰ ਨਹੀਂ, ਉਹਦੇ ਅੰਦਰ ਨਿਰੰਕਾਰ ਦਾ ਸ਼ੁਕਰਾਨਾ ਹੈ, ਉਹਦੇ ਅੰਦਰ ਅੱਤ ਦਰਜੇ ਦੀ ਨਿਮਰਤਾ, ਬੋਲਾਂ ਦੇ ਵਿੱਚ ਨਿਮਰਤਾ। ਬੜਾ ਪਿਆਰਾ ਬਚਨ ਹੁੰਦਾ, ਇਹਨੂੰ ਗਰੀਬੀ ਕਹਿੰਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਵਿੱਚੋਂ ਵਰਸਾਈ ਹੋਈ ਰੱਬ ਰੂਪ ਮੂਰਤ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾ। ਤੇ ਰੱਬ ਰੂਪ ਨਾਨਕ ਸੰਸਾਰ ਨੂੰ ਮੰਨਣ ਦੇ ਵਾਸਤੇ, ਮਨੁੱਖਤਾ ਦੀ ਝੋਲੀ ਵਿੱਚ ਰੱਬੀ ਦਾਤਾਂ ਪਾਉਣ ਵਾਸਤੇ ਰੱਬ ਜੀ ਦੇ ਦਰ ਦੇ ਵਿੱਚੋਂ ਤਿੰਨ ਚੀਜ਼ਾਂ ਲੈ ਕੇ ਆਏ ਨੇ। ਉਹ ਤਿੰਨ ਚੀਜ਼ਾਂ ਕਿਹੜੀਆਂ ਨੇ? ਨੌ ਨਿਤ, ਨਾਮ ਤੇ ਤੀਸਰੀ ਵਸਤੂ ਹੈ ਗਰੀਬੀ। ਇਹ ਤਿੰਨ ਚੀਜ਼ਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰੱਬ ਜੀ ਦੇ ਘਰ ਦੇ ਵਿੱਚੋਂ ਮਨੁੱਖਤਾ ਦੀ ਝੋਲੀ ਵਿੱਚ ਪਾਉਣ ਵਾਸਤੇ, ਵੰਡਣ ਵਾਸਤੇ ਲੈ ਕੇ ਆਏ ਨੇ। ਤੇ ਭਾਈ ਸਾਹਿਬ ਜੀ ਨੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ, ਬਾਬਾ ਪਹਿੰਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ। ਬਾਬੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਵਿੱਚੋਂ ਨੌ ਨਿਤ ਨਾਮ ਤੇ ਗਰੀਬੀ ਦੀ ਦਾਤ ਪ੍ਰਾਪਤ ਕੀਤੀ ਹੈ। ਹੁਣ ਤੁਸੀਂ ਸਵਾਲ ਕਰ ਸਕਦੇ ਹੋ ਵੀ ਜਿਹਦੇ ਕੋਲ ਨੌ ਨਿਤ ਨੇ, ਰੱਬੀ ਨਾਮ, ਇਹ ਗੁਣਾਂ ਦਾ ਖਜ਼ਾਨਾ ਹੈ, ਉਹ ਗਰੀਬ ਕਿਵੇਂ ਹੋ ਸਕਦਾ ਹੈ? ਗਰੀਬ ਹੈ
ਇੰਨੀਆਂ ਦਾਤਾਂ ਹੋਣ ਦੇ ਬਾਵਜੂਦ ਵੀ, ਇਹਨਾਂ ਆਤਮਿਕ ਖਜ਼ਾਨਾ ਬਲ ਹੋਣ ਦੇ ਬਾਵਜੂਦ ਵੀ ਉਹਦੀ ਅਵਸਥਾ ਪਤਾ ਕਿਹੋ ਜਿਹੀ ਹੈ? ਮਾਣ ਹੁੰਦੇ ਹੋਏ ਨਿਮਾਣਾ, ਨਿਤਾਣ ਹੁੰਦੇ ਹੋਏ ਨਿਤਾਣਾ। ਵੀ ਉਹਨੂੰ ਮਾਣ ਮਿਲਦਾ ਪਿਆ ਇਸ ਸੰਸਾਰ ਦੇ ਵਿੱਚੋਂ, ਕਿਉਂਕਿ ਉਹਦੇ ਕੋਲ ਰੱਬੀ ਗੁਣ ਨੇ, ਰੱਬ ਜੀ ਦੇ ਨਾਮ ਦੀ ਦੌੜ ਤੇ ਉਹਦੇ ਕੋਲ ਲੋਕ ਉਹਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ, ਕਰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਮਾਣ ਦਿੰਦੇ ਨੇ, ਪਰ ਉਹ ਮਾਣ ਹਾਸਲ ਕਰਕੇ ਵੀ ਨਿਮਾਣਾ। ਤੇ ਕਿਤੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਫਿਰ ਕਹਿੰਦੇ ਨੇ ਉਹਦੇ ਕੋਲ ਇੰਨਾ ਆਤਮਿਕ ਬਲ ਹੈ ਜਿਹਨੂੰ ਬਿਆਨ ਕਰਨਾ ਔਖਾ ਹੈ। ਆਤਮਿਕ ਬਲ, ਆਤਮਿਕ ਤਾਕਤਾਂ ਨਾਲ ਅੰਦਰੋਂ ਭਰਿਆ ਹੋਇਆ ਹੈ। ਤੇ ਕਹਿੰਦੇ ਨੇ ਉਹਨੂੰ ਕਿਸੇ ਪ੍ਰਕਾਰ ਦਾ ਆਪਣੇ ਬਲ ਉੱਤੇ ਮਾਣ ਨਹੀਂ। ਬਾਹਰੋਂ ਵੀ ਉਹਦੇ ਕੋਲ ਤਾਕਤ ਹੈ, ਧਨ ਹੈ, ਦੌਲਤ ਹੈ, ਪਦਾਰਥ ਨੇ, ਅੰਦਰੋਂ ਵੀ ਰੱਬੀ ਗੁਣਾਂ ਨਾਲ ਹਿਰਦਾ ਭਰਿਆ ਹੋਇਆ ਹੈ, ਪਰ ਅੰਦਰੋਂ ਬਲ ਦੀ ਬਿਲਕੁਲ ਤਾਕਤ, ਉਹਦਾ ਪ੍ਰਗਟਾਵਾ ਕਰਨ ਦੀ ਭਾਵਨਾ ਹੀ ਨਹੀਂ। ਹੁਣ ਅੱਜ ਜੇ ਬੰਦੇ ਕੋਲ ਇਹ ਤਾਕਤਾਂ ਹੋਣ, ਉਹਦੇ ਕੋਲ ਕੋਠੀ ਹੋਵੇ, ਕਾਰ ਹੋਵੇ, ਦੌਲਤ ਹੋਵੇ, ਕੋਈ ਰਾਜਸੀ ਤਾਕਤ, ਸੱਤਾ, ਕੋਈ ਪਦ ਹੋਵੇ, ਵੇਖੋ ਉਹਦੇ ਮੂੰਹ ਦੇ ਵਿੱਚੋਂ ਕਿਵੇਂ ਆਪਣੇ ਪ੍ਰਤੀ ਜੋ ਮਾਣ ਦੀਆਂ ਗੱਲਾਂ ਨੇ, ਹੰਕਾਰ ਦੀਆਂ ਗੱਲਾਂ ਨੇ, ਕਿਵੇਂ ਨਿਕਲਦੀਆਂ ਨੇ। ਆਪਣੇ ਧਨ ਦੌਲਤ, ਆਪਣੇ ਮਕਾਨ ਮਹਿਲ ਬਾੜੀਆਂ ਦੀ ਕਿਵੇਂ ਸਿਫਤ ਕਰਦਾ ਹੈ, ਆਪਣੇ ਧੀਆਂ ਪੁੱਤਰਾਂ ਨੂੰ ਕਿਵੇਂ ਦੂਜਿਆਂ ਦੇ ਨਾਲੋਂ ਸ੍ਰੇਸ਼ਟ ਬਿਆਨ ਕਰਦਾ ਹੈ, ਆਪਣੇ ਉੱਚੇ ਅਹੁਦੇ ਦਾ ਕਿਵੇਂ ਉਹ ਪ੍ਰਗਟਾਵਾ ਕਰਦਾ ਹੈ। ਮੇਰਾ ਤੇ ਫਲਾਣੇ ਨਾਲ ਉੱਠਣਾ ਬੈਠਣਾ ਹੈ, ਮੇਰੇ ਕੋਲ ਆਹ ਅਹੁਦਾ ਹੈ, ਮੈਂ ਤੇ ਇਹੋ ਜਿਹਾ ਕੰਮ ਕਰਦੇ ਆ, ਮੇਰੇ ਨਾਲ ਕੋਈ ਮੇਰੇ ਨਾਲ ਪੰਗਾ ਨਾ ਲੈ ਕੇ ਵੇਖੇ, ਮੇਰੇ ਨਾਲ ਕੋਈ ਉਲਝ ਕੇ ਨਾ ਵੇਖੇ, ਮੇਰੇ ਕੋਲ ਅਹੁਦੇ ਦੀ ਤਾਕਤ ਹੈ, ਮੈਂ ਤੇ ਫਲਾਣੇ ਨੂੰ ਢਹਿ ਢੇਰੀ ਕਰ ਦਿਆਂਗਾ, ਬੜੇ ਵੱਡੇ ਉੱਚੇ ਅਹੁਦੇਦਾਰਾਂ ਦੇ ਨਾਲ ਮੇਰਾ ਉੱਠਣਾ ਬੈਠਣਾ ਹੈ, ਰਾਤੋਂ ਰਾਤ ਚਕਵਾ ਦਿਆਂਗਾ। ਉਸ ਬਲ ਦਾ ਮਾਣ, ਉਸ ਬਲ ਦਾ ਹੰਕਾਰ ਕਰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੇ ਸੋਹਣੇ ਸ਼ਬਦ ਐਸੇ ਮਨੁੱਖ ਦੇ ਬਾਰੇ ਬਿਆਨ ਕੀਤੇ ਨੇ, ਉਹਨੂੰ ਹਲਾਉਣਾ ਦਿੱਤਾ ਹੈ ਜਿਹਦੇ ਕੋਲ ਕੁਝ ਤਾਕਤਾਂ ਨੇ, ਤੇ ਤਾਕਤਾਂ ਜਿਸ ਮਾਲਕ ਨੇ ਦਿੱਤੀਆਂ ਉਹਦਾ ਸ਼ੁਕਰਾਨਾ ਕਰਨ ਦੀ ਬਜਾਏ, ਨਿਮਰਤਾ, ਗਰੀਬੀ ਵਰਗਾ ਗੁਣ ਧਾਰਨ ਕਰਨ ਦੀ ਬਜਾਏ ਹੰਕਾਰੀ ਬਣ ਬੈਠਾ ਹੈ। ਬੜਾ ਪਿਆਰਾ ਬਚਨ ਹੈ, ਰੋਜ਼ਾਨਾ ਆਪ ਜੀ ਪੜ੍ਹਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਕੈ ਅੰਦਰ ਰਾਜ ਅਭਿਮਾਨ, ਜਿਹਨੂੰ ਰਾਜ ਦਾ ਮਾਨ ਹੋ ਗਿਆ, ਹੰਕਾਰ ਹੋ ਗਿਆ, ਆਪਣੀ ਤਾਕਤ ਦਾ ਹੰਕਾਰ ਹੋ ਗਿਆ, ਮੈਂ ਤੈਨੂੰ ਰਾਤੋਂ ਰਾਤ ਚੁਕਵਾ ਦਿਆਂਗਾ, ਮੈਂ ਤੈਨੂੰ ਉੱਥੇ ਪਹੁੰਚਾ ਦਿਆਂਗਾ, ਤੇਰਾ ਸਰੀਰ ਵੀ ਨਹੀਂ ਲੱਭਣਾ ਕਿਸੇ ਨੂੰ, ਖਤਮ ਕਰ ਦਿਆਂਗਾ। ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਅੱਜ ਤਾਕਤਵਰ ਇਨਸਾਨ ਵੱਲੋਂ, ਜਿਹਦੇ ਕੋਲ ਰਾਜ ਸੀ, ਸੱਤਾ, ਤਾਕਤ ਦੀ ਜਿਹਦੇ ਕੋਲ ਤਾਕਤ ਹੈ, ਜਿਸ ਕੋਲ ਕੋਈ ਅਹੁਦੇ ਦਾ ਬਲ ਹੈ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਕੈ ਅੰਦਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਮਾਨ। ਉਹ ਬੰਦਾ ਨਰਕੀ ਜੀਵਨ ਭੋਗਦਾ ਹੈ। ਮਤ ਸਮਝੋ ਕਿ ਉਹ ਬੰਦਾ ਦੂਜਿਆਂ ਦਾ ਭਲਾ ਕਰ ਸਕੇਗਾ, ਉਹ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾ ਕੇ ਰੱਖ ਦਿੰਦਾ ਤੇ ਆਪਣੀ ਜ਼ਿੰਦਗੀ ਵੀ ਨਰਕ ਦੇ ਵਿੱਚ ਭੋਗਦਾ। ਉਹ ਕੋਈ ਚੰਗਾ ਕਰਮ ਨਹੀਂ ਉਹਦੇ ਕੋਲ ਹੋਏਗਾ। ਸਮਾਜ ਦਾ ਭਲਾ, ਸੰਸਾਰ ਦਾ ਭਲਾ, ਪਰਜਾ ਨਾਲ ਨਿਆਂ, ਪਰਜਾ ਦੀ ਝੋਲੀ ਵਿੱਚ ਸੁੱਖ ਤੇ ਉਹ ਰਾਜਾ ਪਾਉਂਦਾ ਵਾ ਜਿਹੜਾ ਇਸ ਬਾਦਸ਼ਾਹੀ ਨੂੰ, ਇਸ ਅਹੁਦੇ ਨੂੰ ਪਰਜਾ ਦੀ ਚਰਨਾਂ ਦੀ ਧੂੜ ਵਿੱਚੋਂ ਪ੍ਰਾਪਤ ਹੋਇਆ ਸਮਝਦਾ ਵਾ, ਖਾਕ ਵਿੱਚੋਂ ਪ੍ਰਾਪਤ ਹੋਇਆ ਸਮਝਦਾ ਵਾ। ਜਿਹੜਾ ਇਹ ਸਮਝਦਾ ਕਿ ਮੈਂ ਤੇ ਇਸ ਪਰਜਾ ਦੀ ਅਸੀਸਾਂ ਸਦਕਾ ਬਣਿਆ, ਮੈਂ ਤੇ ਨੌਕਰ ਵਾਂਗ ਰਾਜਾ ਥੋੜੀ ਆ, ਮੈਨੂੰ ਤੇ ਇਹਨਾਂ ਨੇ ਇਹ ਵਿਸ਼ਵਾਸ ਰੱਖ ਕੇ ਅਹੁਦਾ ਦਿੱਤਾ ਹੈ ਵੀ ਮੈਂ ਇਹਨਾਂ ਦਾ ਜ਼ਿੰਮੇਵਾਰੀ ਦੇ ਨਾਲ
ਕੰਮ ਪੂਰਾ ਕਰਾਂ, ਫਰਜ਼ ਆਪਣੇ ਅਦਾ ਕਰਾਂ, ਜੋ ਰਾਜੇ ਦੇ ਫਰਜ਼ ਨੇ, ਪਰ ਹੰਕਾਰੀ ਬਣ ਬੈਠਾ ਹੈ। ਸਗੋਂ ਪ੍ਰਜਾ ਨੂੰ ਦੁੱਖ ਦੇ ਰਿਹਾ ਹੈ, ਪ੍ਰਜਾ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਬਿਰਧ, ਉਹਨਾਂ ਨਾਲ ਵਿਚਾਰ ਵਟਾਂਦਰਾ, ਉਹਨਾਂ ਨਾਲ ਵਿਚਾਰ ਵਿਮਰਸ਼ ਕਰਨ ਤੋਂ ਪਹਿਲਾਂ ਹੀ, ਬਗੈਰ ਹੀ, ਉਹਨਾਂ ਦੀ ਰਾਏ ਲੈਣ ਤੋਂ ਬਗੈਰ ਹੀ ਆਪਣੀ ਮਰਜ਼ੀ ਉਹਨਾਂ ਦੇ ਥੋਪਦਾ ਪਿਆ। ਅੱਜ ਐਸਾ ਨਹੀਂ ਹੋ ਰਿਹਾ। ਕਿਸਾਨ ਵਿਚਾਰੇ ਕਈਆਂ ਦਿਨਾਂ ਦੇ ਤਰਲੇ ਲੈ ਰਹੇ ਨੇ। ਸਰਦੀ ਆ ਗਈ ਹੈ, ਮੋਰਚੇ ਦੇ ਉੱਤੇ ਬੈਠੇ ਹੋਏ ਨੇ, ਕਿੰਨੇ ਮਹੀਨੇ ਹੋ ਗਏ, ਟਸ ਤੋਂ ਮਸ ਨਹੀਂ ਹੋ ਰਿਹਾ। ਅੱਜ ਦਾ ਹੁਕਮਰਾਨ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਅੰਦਰ ਦੀ ਜੋ ਭਾਵਨਾ ਹੈ ਉਹਨਾਂ ਨੂੰ ਸਮਝਣ ਦੀ ਬਜਾਏ ਇਹ ਕਹਿ ਰਿਹਾ ਕਿ ਤੁਹਾਨੂੰ ਇਹ ਕਾਨੂੰਨ, ਇਹ ਬਿੱਲ, ਇਹ ਮੰਨਣਾ ਹੀ ਪਵੇਗਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਸਕੇ ਅੰਦਰ ਰਾਜ ਅਭਿਮਾਨ, ਸੋ ਨਰਕਪਾਤੀ ਹੋਵਤ ਸੁਹਾਨ। ਕਹਿੰਦੇ ਜੋ ਜਾਣੇ ਮੈਂ ਜੋਬਨਵੰਤ, ਸੋ ਹੋਵਤ ਵਿਸ਼ਟਾ ਕਾ ਜਨ। ਜਿਸ ਮਨੁੱਖ ਨੂੰ ਆਪਣੀ ਜਵਾਨੀ, ਆਪਣੇ ਜੋਬਨ, ਆਪਣੇ ਰੂਪ ਉੱਤੇ ਮਾਣ ਤੇ ਹੰਕਾਰ ਹੈ, ਇਸ ਜਵਾਨੀ ਦੇ ਹੰਕਾਰ ਦੇ ਵਿੱਚ ਮਸਤ ਹੋਇਆ ਬੰਦਾ, ਭਾਵੇਂ ਉਹ ਇਸਤਰੀ ਹੈ ਤੇ ਭਾਵੇਂ ਉਹ ਇਨਸਾਨ ਹੈ, ਕਹਿੰਦੇ ਨੇ ਉਹ ਮਾੜੇ ਕਰਮ ਕਰੇਗਾ। ਸੋ ਹੋਵਤ ਵਿਸ਼ਟਾ ਕਾ ਜਨ। ਉਹ ਅੱਖਾਂ ਨਾਲ ਗਲਤ ਤੱਕੇਗਾ, ਕੰਨਾਂ ਨਾਲ ਗਲਤ ਸੁਣੇਗਾ, ਬੋਲਾਂ ਨਾਲ ਗਲਤ ਬੋਲੇਗਾ, ਹਿਰਦੇ ਅੰਦਰ ਵਿਕਾਰ ਚੱਲਣਗੇ, ਗੰਦਗੀ ਵਿੱਚ ਸਾਰਾ ਦਿਨ ਰਹੇਗਾ। ਜੋ ਜਾਣੇ ਮੈਂ ਜੋਬਨਵੰਤ, ਸੋ ਹੋਵਤ ਵਿਸ਼ਟਾ ਕਾ ਜਨ। ਫਿਰ ਕਹਿੰਦੇ ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੈ ਬੋ ਜੂਨ ਪਰਮਾਵੇ। ਫਿਰ ਕਹਿੰਦਾ ਕਿ ਮੇਰੇ ਵਰਗੇ ਕਰਮ ਉੱਚੇ ਕੋਈ ਨਹੀਂ ਕਰ ਸਕਦਾ। ਕਰਮਾਂ ਦਾ ਬੜਾ ਮਾਨ, ਉਹ ਹੰਕਾਰ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਵੀ ਮੁਕਤ ਨਹੀਂ ਹੋ ਸਕੇਗਾ ਜੇ ਕਰਮ ਕਰਕੇ ਹੰਕਾਰੀ ਬਣਿਆ ਹੋਇਆ ਹੈ। ਮਾਸਾ ਨਿਮਰਤਾ ਉਹਦੇ ਬੋਲਾਂ ਦੇ ਵਿੱਚ ਨਹੀਂ, ਉਹਦੇ ਅੰਦਰ ਨਿਮਰਤਾ ਨਹੀਂ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੇ, ਨਾਨਕ ਈਆਂ ਮੁਕਤ ਆਗੇ ਸੁਖ ਪਾਵੇ। ਵੀ ਜਿਹਦੇ ਉੱਤੇ ਮਾਲਕ ਕਿਰਪਾ ਕਰਦਾ ਹੈ, ਜੇ ਇਹ ਸਾਰੀਆਂ ਤਾਕਤਾਂ ਉਹਦੇ ਕੋਲ ਨੇ, ਉਹਦੇ ਕੋਲ ਰਾਜ ਸੀ, ਅਹੁਦਾ ਹੈ, ਉਹਦੇ ਕੋਲ ਜਵਾਨੀ, ਜੋਬਨ, ਰੂਪ, ਰੰਗ ਸਾਰਾ ਕੁਝ ਹੈ, ਉਹਦੇ ਕੋਲ ਜ਼ਮੀਨ ਜਾਇਦਾਦ ਹੈ, ਜੇ ਕਰਮ ਵੀ ਉਹ ਚੰਗੇ ਕਰ ਰਿਹਾ ਹੈ, ਪਰ ਉਹਦੇ ਅੰਦਰ ਗਰੀਬੀ ਹੈ, ਉਹਦੇ ਅੰਦਰ ਨਿਮਰਤਾ ਹੈ, ਨਾਨਕ ਈਹਾਂ ਸੁਖ ਆਗੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ। ਜੀਵਨ ਮੁਕਤ ਹੋ ਜਾਂਦਾ ਹੈ, ਸੁੱਖ ਪਾਉਂਦਾ ਹੈ, ਰੱਬ ਜੀ ਦੇ ਘਰ ਵਿੱਚ ਸੁਰਗੂ ਹੋ ਜਾਂਦਾ ਹੈ। ਸੋ ਨਿਮਰਤਾ ਵਰਗੀ ਦਾਤ ਮਨੁੱਖ ਦੀ ਝੋਲੀ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬੜੇ ਪਿਆਰੇ ਬੋਲ ਹਨ। ਗੁਰੂ ਮਹਾਰਾਜ ਜੀ ਨੂੰ ਕਿਸੇ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ, ਵਿਕਾਰਾਂ ਦੇ ਨਾਲ ਤੇ ਵਿਕਾਰੀ ਪੁਰਸ਼ ਦੇ ਨਾਲ ਲੜਨ ਦੇ ਵਾਸਤੇ ਕਿਹੜੇ ਹਥਿਆਰ ਨੇ ਤੁਸੀਂ ਆਪ ਵਰਤੇ ਤੇ ਸਿੱਖਾਂ ਨੂੰ ਦਿੱਤੇ ਨੇ? ਕਿਹੜੇ ਹਥਿਆਰ ਹੋਣੇ ਚਾਹੀਦੇ ਨੇ ਵਿਕਾਰੀ ਪੁਰਸ਼ ਦੇ ਨਾਲ ਮੁਕਾਬਲਾ ਕਰਨ ਵਾਸਤੇ, ਹੰਕਾਰੀ ਪੁਰਸ਼ ਦੇ ਨਾਲ ਮੁਕਾਬਲਾ ਕਰਨ ਵਾਸਤੇ, ਇਹਨਾਂ ਵਿਕਾਰਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਕਿਹੜੇ ਹਥਿਆਰ ਤੁਸੀਂ ਵਰਤਦੇ ਹੋ? ਤੇ ਤੁਸੀਂ ਸਿੱਖਾਂ ਨੂੰ ਕਿਹੜੇ ਹਥਿਆਰ ਉਹਨਾਂ ਨੂੰ ਵਰਤਣ ਦੀ ਜਾਚ ਸਿਖਾਈ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਗਰੀਬੀ ਗਦਾ ਹਮਾਰੀ, ਵੀ ਮੇਰੇ ਕੋਲ ਹੰਕਾਰ ਦਾ ਮੁਕਾਬਲਾ ਕਰਨ ਵਾਸਤੇ, ਹੰਕਾਰੀ ਪੁਰਸ਼ ਦਾ ਮੁਕਾਬਲਾ ਕਰਨ ਵਾਸਤੇ ਗਰੀਬੀ ਵਰਗੀ ਗਦਾ ਹੈ, ਗੁਰਜ ਹੈ। ਗਰੀਬੀ ਗਦਾ ਹਮਾਰੀ, ਨਿਮਰਤਾ ਵਰਗਾ ਸ਼ਸਤਰ ਮੇਰੇ ਕੋਲ ਹੈ। ਖੰਨਾ ਸਗਲ ਰੇਤ ਸ਼ਾਰੀ, ਤੇ ਕਹਿੰਦੇ ਨੇ ਸਾਰਿਆਂ ਦੇ ਚਰਨਾਂ ਦੀ ਤੂੜੀ, ਖੰਡਾ ਫੜਿਆ ਹੋਇਆ ਹੱਥ ਵਿੱਚ ਨੇ, ਨਿਮਰਤਾ। ਇਹ ਮੇਰੇ ਕੋਲ ਸ਼ਸਤਰ ਨੇ, ਇਸ ਆਗੇ ਉਹ ਨਾ ਟਿਕੇ ਵਿਕਾਰੀ, ਗੁਰ ਪੂਰੇ ਇਹ ਗੱਲ ਧਾਰੀ। ਮੇਰੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ, ਸਮਝਾ ਦਿੱਤਾ ਵੀ ਆਹ ਜਿਹੜੇ ਸ਼ਸਤਰ ਨੇ, ਗਰੀਬੀ ਦੀ ਗਦਾ, ਸਾਰਿਆਂ ਦੀ ਚਰਨ ਧੂੜ, ਨਿਮਰਤਾ ਸੁਭਾਅ, ਇਹ ਖੰਡਾ ਆਪਣੇ ਕੋਲ ਰੱਖ ਲਾ। ਵਿਕਾਰ ਤੇ ਵਿਕਾਰੀ ਪੁਰਸ਼ ਤੇਰੇ ਅੱਗੇ ਟਿਕ ਨਹੀਂ ਸਕਣਗੇ, ਵਾਕਈ ਨਹੀਂ ਟਿਕ ਸਕੇ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੱਕੇ ਦੀ ਧਰਤੀ ਤੇ ਪਹੁੰਚੇ ਸਨ ਤੇ ਨੀਂਦ ਆ ਗਈ, ਚਲਦਿਆਂ ਚਲਦਿਆਂ, ਤੁਰਦਿਆਂ ਤੁਰਦਿਆਂ, ਤੇ ਮੱਕੇ ਵੱਲ ਗੁਰੂ ਪਾਤਸ਼ਾਹ ਜੀ ਦੇ ਪੈਰ ਕਰ ਲੈ, ਸੌਂ ਗਏ, ਨੀਂਦ ਆ ਗਈ।
ਤੇ ਉਥੋਂ ਦਾ ਮੁਖੀ ਕਾਜੀ ਜਿਹੜਾ ਜੀਵਨ, ਉਹਦਾ ਨਾਮ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਜਦੋਂ ਆਪਣੇ ਕੁਝ ਕੁ ਕਾਜ਼ੀਆਂ ਦੇ ਲੋਕਾਂ ਦੇ ਨਾਲ ਉਹ ਚੱਲ ਕੇ ਉਧਰ ਵੱਲ ਨੂੰ ਆ ਰਿਹਾ ਸੀ ਨਾ, ਉਹਦੀਆਂ ਨਜ਼ਰਾਂ ਪਈਆਂ ਵੀ ਕੋਈ ਇਨਸਾਨ ਮੱਕੇ ਦੇ ਵੱਲ ਲੱਤਾਂ ਕਰਕੇ ਸੁੱਤਾ ਹੋਇਆ ਹੈ, ਅੱਖਾਂ ਦੇ ਵਿੱਚ ਕ੍ਰੋਧ ਤੇ ਬੋਲਾਂ ਵਿੱਚ ਕ੍ਰੋਧ ਆਇਆ। ਆਉਂਦਿਆਂ ਸਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੱਖੀ ਵਿੱਚ ਲੱਤ ਕੱਢ ਮਾਰੀ। ਸਤਿਗੁਰੂ ਜੀ ਨੂੰ ਲੱਤ ਵੀ ਮਾਰੀ ਤੇ ਕਬੋਲ ਬਚਨ ਵੀ ਬੋਲੇ, ਹੰਕਾਰ ਭਰੇ ਬਚਨ ਬੋਲੇ। ਜੀਵਨ ਮਾਰੀ ਲੱਤ ਕਿਹੜਾ ਸੁੱਤਾ ਪੁੱਤਰ ਕੁਪਾਰੀ, ਤੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਨਾਲੇ ਲੱਤਾਂ ਤੋਂ ਫੜ ਕੇ ਧੂ ਦਿੱਤਾ, ਨਾਲੇ ਆਖਿਆ ਕਿ ਤੂੰ ਕਾਫਰ ਹੈ, ਤੈਨੂੰ ਇਹਨਾਂ ਨਹੀਂ ਪਤਾ ਖੁਦਾ ਦਾ ਘਰ ਹੈ ਤੇ ਖੁਦਾ ਦੇ ਘਰ ਵੱਲ ਮੇਰੇ ਅੱਲਾਹ ਤਾਲਾ ਨਬੀ ਦੇ ਘਰ ਵੱਲ ਤੂੰ ਲੱਤਾਂ ਕਰਕੇ ਸੁੱਤਾ ਹੈ। ਕਿੱਡੀ ਵੱਡੀ ਤੂੰ ਗੁਸਤਾਖੀ ਕੀਤੀ ਹੈ। ਗੁਰੂ ਪਾਤਸ਼ਾਹ ਜੀ ਦੇ ਨਿਮਰਤਾ ਭਰੇ ਬੋਲਾਂ ਨੇ ਉਸ ਕਾਜੀ ਨੂੰ ਠੰਡਾ ਕਰ ਦਿੱਤਾ। ਲੱਤ ਖਾ ਕੇ ਵੀ ਨਿਮਰਤਾ ਭਰੀ ਬੋਲੀ ਬੋਲੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਾਜੀ ਜੀ ਜਿੱਧਰ ਖੁਦਾ ਦਾ ਘਰ ਨਹੀਂ, ਅੱਲਾ ਦਾ ਘਰ ਨਹੀਂ, ਉੱਧਰ ਨੂੰ ਲੱਤਾਂ ਮੇਰੀਆਂ ਕਰ ਦੋ। ਤੇ ਗੁੱਸੇ ਨਾਲ ਲੱਤਾਂ ਘਸੀਟੀਆਂ। ਜਦੋਂ ਇਹ ਬਚਨ ਕੰਨਾਂ ਵਿੱਚ ਪੈ ਨਾ, ਠੰਡਾ ਹੋ ਗਿਆ ਸੀ ਕਾਜੀ। ਸਾਰੇ ਪਾਸੇ ਮੱਕਾ ਨਜ਼ਰ ਆਇਆ ਤੇ ਉਹ ਕਾਜੀ ਜਿਹੜਾ ਮਾਰਨ ਵਾਸਤੇ ਆਇਆ, ਮਾਰਿਆ ਵੀ, ਕਬੂਲ ਬਚਨ ਵੀ ਬੋਲੇ ਤੇ ਗੁਰੂ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਮੇਰੇ ਨਾਲ ਧਰਮ ਦੀ ਚਰਚਾ ਕਰੋ। ਤਾਂ ਹੀ ਫਿਰ ਚਰਚਾ ਛਿੜੀ ਸੀ। ਫਿਰ ਸਵਾਲ ਪੁੱਛਿਆ ਸੀ, ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਦਾ ਇਕੱਠੇ ਹੋਈ। ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨਾਂ ਹੋਈ। ਬਾਬਾ ਆਖੇ ਹਾਜੀਆ ਸ਼ੁਭ ਅਗਲਾ ਬਾਜੂ ਦੋਨੋਂ ਰੋਈ। ਤਾਂ ਫਿਰ ਜਾ ਕੇ ਵਿਚਾਰ ਉਹਨਾਂ ਦੀ ਚੱਲਦੀ ਸੀ, ਗੋਸ਼ਟੀ ਹੋਈ ਸੀ ਤੇ ਗੁਰੂ ਮਹਾਰਾਜ ਜੀ ਦੇ ਨਾਲ ਸਵਾਲ ਜਵਾਬ ਉਹਨਾਂ ਨੇ ਕੀਤੇ ਸੀ। ਪਹਿਲਾਂ ਤੇ ਤਕਰਾਰ, ਪਹਿਲਾਂ ਤੇ ਬੋਲਾਂ ਵਿੱਚ ਹੰਕਾਰ ਤੇ ਅੰਦਰ ਕ੍ਰੋਧ ਦੀ ਭਾਵਨਾ ਜੀਵਨ ਦੇ ਅੰਦਰ ਸੀ, ਕਾਜੀ ਦੇ ਅੰਦਰ ਸੀ। ਪਰ ਬੋਲਾਂ ਨੇ ਉਹਨੂੰ ਵਿਚਾਰ ਚਰਚਾ ਵਾਲੇ ਪਾਸੇ ਲੈ ਜਾਂਦਾ। ਉਹੀ ਕਾਜੀ ਬਾਅਦ ਵਿੱਚ ਕਹਿੰਦਾ, ਬਾਬਾ ਘੱਟੋ ਘੱਟ ਆਪਣੀਆਂ ਖੜਾਵਾਂ ਹੀ ਇੱਥੇ ਰੱਖ, ਜਿਹਦੇ ਵਿੱਚੋਂ ਤੈਨੂੰ ਵੇਖਦੇ ਰਹੀਏ, ਤੇਰੇ ਦਰਸ਼ਨ ਕਰਦੇ ਰਹੀਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੱਤ ਪੈਂਦੀ ਹੈ ਦਾਤੂ ਜੀ ਵੱਲੋਂ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਪੁੱਤਰ ਵੱਲੋਂ ਸਿੰਘਾਸਣ ਤੋਂ ਥੱਲੇ ਸੁੱਟ ਦਿੰਦੇ ਨੇ ਦਾਤੂ ਜੀ, ਲੱਤ ਮਾਰ ਕਰਕੇ। ਸਾਹਮਣੇ ਸੰਗਤ ਬੈਠੀ ਹੋਈ ਹੈ, ਇੱਕ ਇਸ਼ਾਰਾ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਵੱਲ ਕਰਦੇ ਨਾ ਤੇ ਦਾਤੂ ਜੀ ਨੂੰ ਉਹ ਮਾਰ ਪੈਣੀ ਸੀ, ਉਹ ਸਜ਼ਾ ਮਿਲਣੀ ਸੀ ਜਿਹਦਾ ਅੰਦਾਜ਼ਾ ਵੀ ਨਹੀਂ ਸੀ ਲੱਗ ਸਕਦਾ। ਸਿੱਖ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਵੀ ਮੇਰੇ ਗੁਰੂ ਨੂੰ ਕੋਈ ਲੱਤ ਮਾਰੇ। ਜਿਹੜਾ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ। ਧੰਨ ਹੈ ਗੁਰੂ ਅਮਰਦਾਸ ਮਹਾਰਾਜ ਜੀ, ਥੱਲੇ ਸਿੰਘਾਸਣ ਤੋਂ ਟਿਕੇ ਹੋਏ ਭਾਈ ਦਾਤੂ ਜੀ ਦੇ ਚਰਨ ਫੜ ਕੇ ਕੁੱਟਣ ਲੱਗ ਪਏ। ਪੁੱਤ ਮੇਰਾ ਸਰੀਰ ਹੱਡੀਆਂ ਦੀ ਮੁੱਠ ਹੈ ਤੇ ਸਖਤ ਹੈ ਮੇਰਾ ਸਰੀਰ, ਤੇਰੇ ਚਰਨ ਬੜੇ ਕੋਮਲ ਹਨ, ਤੂੰ ਜ਼ੋਰ ਦੀ ਲੱਤ ਮਾਰੀ ਹੈ ਤੇ ਸੱਟ ਤੈਨੂੰ ਵੱਜੀ ਹੋਵੇਗੀ, ਮੈਂ ਤੇਰੇ ਚਰਨਾਂ ਨੂੰ ਘੁੱਟਦੇ ਆਂ। ਇਹ ਹੈ ਨਿਮਰਤਾ ਵੀ ਇਹਨਾਂ ਬਲ ਹੋਣ ਦੇ ਬਾਵਜੂਦ ਵੀ, ਤਾਕਤ ਹੋਣ ਦੇ ਬਾਵਜੂਦ ਵੀ ਬੋਲਾਂ ਦੇ ਅੰਦਰ ਹੰਕਾਰ ਨਹੀਂ, ਨਿਰੰਕਾਰ ਹੈ। ਬੋਲਾਂ ਦੇ ਅੰਦਰ ਨਿਮਰਤਾ ਹੈ, ਜੀਵਨ ਦੇ ਅੰਦਰ ਨਿਮਰਤਾ ਹੈ। ਇਸੇ ਨੂੰ ਗਰੀਬੀ ਕਹਿੰਦੇ ਕਿ ਮਨੁੱਖ ਦੇ ਕੋਲ ਧਨ ਵੀ ਹੈ, ਦੌਲਤ ਵੀ ਹੈ, ਰੱਬੀ ਗੁਣਾਂ ਨਾਲ ਹਿਰਦਾ ਭਰਿਆ ਹੋਇਆ ਹੈ, ਮਾਣ ਸਨਮਾਨ ਵੀ ਬੜਾ ਹੈ, ਪਰ ਬਿਲਕੁਲ ਹੰਕਾਰ ਨਹੀਂ, ਅੰਦਰ ਨਿਮਰਤਾ, ਨਿਮਰਤਾ ਨਾਲ ਅੰਦਰੋਂ ਹਿਰਦਾ ਭਰਿਆ ਹੋਇਆ ਹੈ। ਨਿਮਰਤਾ ਦੇ ਦਰਸ਼ਨ ਆਪਾਂ ਜੇ ਕਰਨੇ ਹੋਣ ਬਾਣੀ ਵਿੱਚੋਂ ਕਰ ਸਕਦੇ ਹਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਕਰ ਸਕਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੂੰ ਬੋਹਿਤਾ ਬਾਣੀ ਦਾ ਆਖਿਆ ਗਿਆ, ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਜੀ ਕਹਿੰਦੇ ਨੇ, ਧਨ ਮਥੁਰਾ ਕਛ ਭੇਦਨੀ ਗੁਰੂ ਅਰਜਨ ਪ੍ਰਤੱਖ ਹਰ। ਨਿਮਰਤਾ ਦੇ ਘਰ ਦੇ ਵਿੱਚ ਆਏ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਚਾਇਤਾ, ਬਾਣੀ ਝੱਲੇ ਵਾਂਗ ਉਹਨਾਂ ਦੇ ਅੰਦਰੋਂ ਨਿਕਲਦੀ ਹੈ ਤੇ ਉਹ ਪਤਾ ਕੀ ਸ਼ਬਦ ਉਚਾਰਨ ਕਰਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੈ ਅਕਾਲ ਪੁਰਖ ਵਾਹਿਗੁਰੂ ਜੀ,
तेरे गुणां दी सूझ नहीं, मैं ज्ञान तेरे बारे सोझी जानदा ही नहीं। आस मैनू पता ही कोई नहीं, तेरे दर घर दी सोझी नहीं मिली, मेरे को ज्ञान नहीं है तेरे बाबत, ते ना ही तेरे गुणां दे विच तेरे ज्ञान विच मेरा ध्यान है। हद हो गई, जिहड़ा ज्ञान नाल भरिया होया है, जिहदे अंदरों रबी ज्ञान दा सोमा 5,500 तो उत्ते शब्द है गुरु ग्रंथ साहब महाराज जी दे अंदर, ते 23-2400 शब्द गुरु अर्जन देव महाराज जी दी कल्ले दा है। अद्धा गुरु ग्रंथ साहब महाराज जी गुरु अर्जन देव जी का लिखिया होया है। वो कह रहा है ज्ञान ध्यान किस कर्म ना जाना, मेरे को ज्ञान ही नहीं, मैनू सोची कोई नहीं, तेरे दर करती समझ सूझी नहीं है, मैनू मेरा ध्यान ही नहीं तेरे चरणों के विच। वो ऐसे वचन कह रहा है। निमरता सब ते वड्डा सतगुर नानक जिन कदरा की मेरी। हुण जिस भाई गुरदास जी ने गुरु ग्रंथ साहिब जी की बाणी दा एक एक शब्द लिखिया है, गुरु अर्जन देव जी ने ड्यूटी लाई सी ना, अपने सामने बिठा करके भाई गुरदास जी नूं बाणी लिखाई। जिस बाणी के एक एक शब्द को सुन के पापियां दे पाप कटे गए, दुखियां दे दुख कटे गए, पापां ते विकारां नाल भरे हुए मलीन हिरदे पवित्र ते शुद्ध हो गए। उस सारी बाणी नूं भाई गुरदास जी ने लिखिया ते गुरु अर्जन देव जी ने खुद उन्हां नूं लिखारी नियुक्त कीता है। ते फिर भाई गुरदास जी ने जिथे बाणी नूं लिखिया है ना, गुरु ग्रंथ साहब महाराज जी की लिखत रचना उन्हां दे पावन हत्थां राहीं होई, उत्थे भाई साहब जी दीयां अपणियां रचनावां ने कवित हो गए, आ वारां हो गईयां जिन्हां दी आपां विचार कर रहे हां। इन्हां रचनावां नूं सिख भी अदब देंदे ने ते गुरु भी अदब देंदा है। ते गुरु ने ते इथों तक कह दिता जी गुरु ग्रंथ साहिब जी की विचारधारा नूं समझना वा ना, जे व्याख्या नाल जुड़ना वा ते भाई गुरदास जी दे कवित पढ़ लिओ, भाई गुरदास जी की रचना पढ़ लवो। इन्हां महान गुणी ज्ञानी ब्रह्म ज्ञान की अवस्था वाला गुरु घर का महान विद्वान भाई साहब भाई गुरदास जी जदों निमरता दे विच आउंदा है ते पता की शब्द वरतदा है अपने वास्ते, हों अपराधी गुनेगार हों बेमुख बंदा, चोर जार जवार हों परकर जो हंदा, निंदक दुष्ट हराम खोर ठग देश कंदा, काम क्रोध अर लोभ मोह अहंकार करंदा, विश्वास घाती कृत कण में को न रखंदा, सिमर मरीदा ढाडियां गुर सत गुर बख्शंदा। इन्नी निमरता उन्हां दे विच, इन्नी निमरता जीवन दे कह सकदे सन भलिओ मैं ते महान फिलासफर, मैं ते गुरु ग्रंथ साहब महाराज जी की बाणी का लिखण वाला वा। मैं केवल गुरु ग्रंथ साहब जी की बाणी ही नहीं लिखी, वेखो मेरी अकल, वेखो मेरी गुरमत के प्रति पकड़। मैं 635 कवित लिखे ने, मैं 40 वारां लिखियां ने, कह सकते सन्मान दे नाल। फिर कहते ने मैं ते गुनेगार, मैं ते पराए घर दी झाक रखण वाला, मैं ते निंदक वां, मैं ते दुष्ट हां, मैं ते ठग वां। किड्डी उच्ची आत्मक अवस्था वाले इहो जिहे शब्द वरतदे पए। इंदू कहते ने गरीबी अपने हिरदे विच वसा के रखनी, किसे गुण दा हंकार, किसे बल दा हंकार ना अपने लफ्जां विच लिआउणा ते ना अपने अंदर आउण देना। ते भाई साहब भाई गुरदास जी उस महान आखदे पए ने, उस को कुर्बान होण दीयां गल्लां कर रहे ने। हों किस भूल कमाया गुरमत रिते गरीबी आवे, मैं उस को वारने जांदा हां जो गुरु दी मत लैके हिरदे दे विच गरीबी सुभाओ भाव निमरता दा धारनी बनन वाला है। सो इको पंक्ति दी विचार एक एक पंक्ति नूं आपां विचारांगे जी, क्योंकि ये पंक्तियां जिहड़ियां हन ये विचार बनदियां हन, अखरी अर्थ करके गल नहीं बनदी। गुरु की बाणी की रोशनी दे विच इन्हां पंक्तियां नूं विचार के इन्हां दे विचों लाहा लैण दा आपां यतन करना है। भाई गुरदास जी सिखा रहे ने सानूं कि तू निमरता दा धारण कर ला, हंकार वर्गे इस अवगुण नूं अपने जीवन विचों कढ लै। मैं तेरे तो सारी जिंदगी कुर्बान जावांगा, जिंदगी सदके कर दिआंगा तेरे तो। हों तिस कोल कमाया गुरमत हृदय गरीबी आवे। सो इतनियां विचारां प्रगट करनियां जी, भुल गलती दी खिमा
ਪ੍ਰਬੰਧ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਜ ਰਤਨ ਪਰਿਵਾਰ ਭਰੀਆਂ ਸ਼ੁਭ ਗਾਬੜੀਆਂ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ ਨਾਮ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਨੇ ਪਾਇਆ। ਏ ਮਨ ਮੇਰੇ ਆਤਮ ਸੁਧਾਰੋ ਹਰ ਨਾਮੇ ਹਰ ਨਾਮ ਹੋ। ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਣਾ। ਸਭ ਨਾਮ ਦਾ ਸਮਰੱਥ ਸਮਾਪੀ ਸੋ ਕਿਉ ਮਨੁ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਕਰਦਾ ਤੇ ਸਾਚੀ ਸਾਹਿਬਾ। ਕਿਆ ਨਹੀਂ ਕਰ ਤੇਰੇ ਕਰਦਾ ਤੇਰੇ ਸਭ ਕਿਛ ਹੈ। ਜਿਸ ਤੇਰੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕੈ ਮਨੁਸਿਆ ਵਾਜੇ ਸ਼ੁਭ ਤੇਰੀ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ। ਮੇਰਾ ਆਦਾਰੂ ਸਾਚ ਨਾਮ ਆਦਾਰ ਮੇਰਾ ਜਨ ਨਾ ਸਭ ਮਾਈਆਂ। ਕਰ ਸ਼ਾਮ ਸੁਖਮਨ ਆਇ ਵਸਿਆ ਜਨੀ ਜਨ ਸਾਥ ਬਨਾਈਆਂ। ਸਦਾ ਪ੍ਰਮਾਣ ਕੀਤਾ ਗੁਰ ਵਿਗਤੋਂ ਜੇਤੀਆਂ ਦੀ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ। ਸਾਚਾ ਨਾਮ ਮੇਰਾ ਆਦਾਰ ਬਾਜੇ ਬਨ ਸ਼ਬਦ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ। ਪੰਚ ਲੋਕ ਦੁਆਸ ਕੀਤੇ ਕਾਲ ਕੰਠ ਕਮਾਰਿਆ। ਪਰ ਕਰਮ ਪਾਇਆ ਗੁਰਜਨ ਕੋ ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੇ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਦੂਰੇ। ਪਾਰ ਬ੍ਰਹਮ ਪਾਇਆ ਉਤਰੇ ਸਗਲ ਸੁਦੇ। ਦੁਖ ਰੋਗ ਸੰਸਾਰ ਕੇ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਪਰ ਰਿਆ ਕਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮ